विच बाणी अमृत सारे, गुर बाणी कहे सेवक जन मानै। परतख गुरु निस्तारै, बाणी बिरलो विचारसी। जे को गुरमुख होए, एह बाणी महापुरख की। निज कर वासा होए, मलार महला पंजवा। माई मोहे प्रीतम देहो मिलाई। सगल सहेली सुख पर सूती। जिह कर लाल बसाई। रहाओ मोहे अवगण प्रभ सदा दयाल। मोहे निर्गुण क्या चतुराई। करो बराबर जो प्रह संग राती। एह हाँ मैं की टिठाई। पई निमाणी शरण एकता की। गुर सत गुर पुरख सुखदाई। एक निमख में मेरा सब दुख काटिया। नानक सुख रैन बिहाई। पई निमाणी शरण एकता की। गुर सत गुर पुरख सुखदाई। एक निमख में मेरा सब दुख काटिया। नानक सुख रैन बिहाई। वाहिगुरु जी का खालसा, वाहिगुरु जी की फतेह। इस पावन शब्द दी विचार जो 1267 अंग ते दर्ज है, ज्ञानी जीवा सिंह जी दमदमी टकसाल आप जी नू कथा सरवण करवाउणगे। 2 दिन का उन्हां दा समा है साडे पास। संगत वालों
ਪ੍ਰਬੰਧਕ ਸੇਵਾਦਾਰਾਂ ਵੱਲੋਂ ਜੀ ਆਇਆਂ ਨੂੰ। ਗੁਰਦੁਆਰਾ ਬਾਲਾ ਸਾਹਿਬ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਮ ਤੋਂ ਮਨੁੱਖਤਾ ਮਾਨਵਤਾ ਦੀ ਸੇਵਾ ਦਾ ਬਹੁਤ ਵੱਡਾ ਸਥਾਨ ਹਸਪੀਟਲ ਬਣ ਰਿਹਾ ਹੈ। ਇਹ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਪਾਓ। ਮਾਇਆ ਦੇ ਨਾਲ ਮਟੀਰੀਅਲ ਸਮੱਗਰੀ ਵੀ ਆਪ ਜੀ ਭੇਜ ਸਕਦੇ ਹੋ। ਵਲੰਟੀਅਰ ਸੇਵਾ ਵਾਸਤੇ ਬੇਨਤੀ ਹੈ ਕਿ ਆਪ ਜੀ ਜਿਨ੍ਹਾਂ ਨੇ ਸੇਵਾ ਲਈ ਹੈ ਉਹ ਜ਼ਰੂਰ ਵੱਧ ਤੋਂ ਵੱਧ ਸਮਾਂ ਆ ਕੇ ਹਾਜ਼ਰੀ ਭਰੋ। ਜਿਨ੍ਹਾਂ ਨੇ ਹੋਰ ਲੈਣੀ ਹੋਵੇ ਉਹ ਆਪਣਾ ਨਾਮ, ਟੈਲੀਫੋਨ ਨੰਬਰ, ਫੋਟੋ, ਪਹਿਚਾਣ ਪੱਤਰ ਦੀ ਕਾਪੀ ਦੇ ਕੇ ਸੇਵਾ ਲੈ ਸਕਦੇ ਨੇ। ਕੱਲ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ, ਜੋ 27 ਤਰੀਕ ਸ਼ਾਮ ਨੂੰ ਸੋਦਰ ਦੇ ਪਾਠ ਤੋਂ ਲੈ ਕੇ ਰਾਤ 10:30 ਵਜੇ ਤੱਕ ਗੁਰਦੁਆਰਾ ਬੰਗਲਾ ਸਾਹਿਬ ਇਸੇ ਅਸਥਾਨ ਤੇ ਬਹੁਤ ਚਾਅ ਉਮਾ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਜਾਣਾ ਹੈ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਜੀ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਲਾਰ ਮਹੱਲਾ ਪੰਜਵਾ। ਮਾਈ ਮੋਹੇ ਪ੍ਰੀਤਮ ਦੇਹੋ ਮਿਲਾਈ, ਸਗਲ ਸਹੇਲੀ ਸੁਖ ਭਰ ਸੂਤੀ। ਜਿਹ ਘਰ ਲਾਲ ਬਸਾਈ, ਮਾਈ ਮੋਹੇ ਪ੍ਰੀਤਮ ਦੇਹੋ ਮਿਲਾਈ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਬਾਲਾ ਪ੍ਰੀਤਮ ਗੁੰਗਿਆਂ ਤੋਂ ਵੀ ਅਰਥ ਕਰਾਉਣ ਵਾਲੇ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਐਸੀ ਬਖਸ਼ਿਸ਼ ਕਰਨ ਵਾਲੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਦਰ ਉੱਪਰ ਸਰਬੱਤ ਸੰਗਤਾਂ ਨੂੰ
ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸ਼ਹੀਦਾਂ ਦੇ ਸਰਤਾਜ ਬਾੜੀ ਕੇ ਬੋਹਿਤ ਨਿਮਰਤਾ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੱਜ ਦੇ ਦਿਹਾੜੇ ਉੱਤੇ ਲੜੀਵਾਰ ਗੁਰਬਾਣੀ ਦੀ ਕਥਾ ਅੰਦਰ ਸਤਿਗੁਰੂ ਜੀ ਸਾਨੂੰ ਪਵਿੱਤਰ ਉਪਦੇਸ਼ ਦੇ ਰਹੇ ਨੇ। ਆਓ ਇਸ ਸ਼ਬਦ ਦੀ ਵਿਚਾਰ ਕਰਨ ਦਾ ਆਪ ਜੀ ਬਲ ਉਦਮ ਬਖਸ਼ੋ। ਕਿਰਪਾ ਕਰਕੇ ਹਾਜ਼ਰੀ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਇਹ ਵਡਿਆਈ ਹੈ ਕਿ ਉਹ ਹਰ ਗੱਲ ਆਪਣੇ ਤੇ ਟੁਕਾ ਕੇ ਕਰਦੇ ਨੇ। ਬਾਕੀ ਜਿੰਨੇ ਵੀ ਮਹਾਂਪੁਰਸ਼ ਸੰਸਾਰ ਦੇ ਵਿੱਚ ਹੋਏ ਨੇ, ਉਹ ਭਾਵੇਂ ਅਵਤਾਰ ਨੇ, ਪੈਗੰਬਰ ਨੇ, ਉਹ ਜੇ ਕਿਸੇ ਪਾਪੀ ਨੂੰ ਉਪਦੇਸ਼ ਦੇਣਾ ਹੋਵੇ ਤੇ ਉਹ ਕਦੀ ਵੀ ਆਪਣੇ ਤੇ ਟੁਕਾ ਕੇ ਗੱਲ ਨਹੀਂ ਕਰਦੇ। ਉਹ ਦੂਜੇ ਨੂੰ ਸੰਬੋਧਨ ਕਰਕੇ ਗੱਲ ਕਹਿਣਗੇ ਤੇ ਆਪਣੇ ਆਪ ਬਾਰੇ ਉਹ ਇਹੀ ਪਦਵੀ ਰੱਖਣਗੇ ਕਿ ਅਸੀਂ ਪੈਗੰਬਰ ਆ, ਭਗਵਾਨ ਆ, ਗਿਆਨਵਾਨ ਆ, ਬ੍ਰਹਮ ਗਿਆਨੀ ਆ, ਤੇ ਤੂੰ ਪਾਪੀ ਹੈ, ਨੀਚ ਹੈ, ਔਗਣਾ ਦਾ ਭਰਿਆ ਹੈ। ਸਤਿਗੁਰੂ ਜੀ ਦੀ ਇੱਕ ਨਿਮਰਤਾ ਹੈ, ਖਾਸੀਅਤ ਹੈ। ਉਹ ਜੇ ਕਿਸੇ ਸੰਤ ਨੂੰ ਉਪਦੇਸ਼ ਦੇਣਗੇ ਤਾਂ ਆਪਣੇ ਤੇ ਟੁਕਾ ਕੇ ਗੱਲ ਕਰਨਗੇ। ਉਦਾਹਰਣ ਦੇ ਤੌਰ ਤੇ ਸਾਡਾ ਦੁਨਿਆਵੀ ਲੋਕਾਂ ਦਾ ਮਨ ਜਿਹੜਾ ਹੈ ਉਹ ਵੱਸ ਦੇ ਵਿੱਚ ਨਹੀਂ ਹੈ, ਪਰ ਸਤਿਗੁਰੂ ਜੀ ਨੇ ਜਦੋਂ ਸਾਨੂੰ ਲੋਕਾਂ ਨੂੰ ਉਪਦੇਸ਼ ਦੇਣਾ ਹੁੰਦਾ ਹੈ ਤੇ ਆਪਣੇ ਤੇ ਗੱਲ ਟਿਕਾ ਕੇ ਪਤਾ ਕੀ ਕਰਨਗੇ, ਮਾਈ ਮਨ ਮੇਰੋ ਬਸ ਨਾ ਹੈ। ਆਪਣੇ ਤੇ ਟਿਕਾ ਲਈ ਨਾ ਗੱਲ ਵੀ ਮੇਰਾ ਮਨ ਵੱਸ ਚ ਨਹੀਂ। ਇਹਨੂੰ ਕਹਿੰਦੇ ਨੇ ਉੱਤਮ ਭਗਤਾ, ਜਿਹੜਾ ਆਪਣੇ ਆਪ ਨੂੰ ਸੰਬੋਧਨ ਕਰੇ। ਦੂਸਰੇ ਜਿਹੜੇ ਭਗਤੇ ਨੇ ਉਹ ਆਪਣੇ ਆਪ ਨੂੰ ਸੰਬੋਧਨ ਨਹੀਂ ਕਰਦੇ, ਉਹ ਸਿੱਖ ਨੂੰ, ਚੇਲੇ ਨੂੰ ਨੀਵੇਂ ਦਰਜੇ ਤੇ ਰੱਖ ਕੇ ਉਪਦੇਸ਼ ਕਰਦੇ ਨੇ। ਤੁਸੀਂ ਸਾਰੇ ਧਾਰਮਿਕ ਗ੍ਰੰਥ ਚੁੱਕ ਕੇ ਦੇਖ ਸਕਦੇ ਹੋ। ਦੂਜਾ ਦਰਜਾ ਦੇਣਗੇ। ਸਤਿਗੁਰੂ ਜੀ ਦੀ ਇਹ ਖਾਸੀਅਤ ਹੈ, ਨਿਮਰਤਾ ਹੈ ਕਿ ਉਹ ਹਰ ਗੱਲ ਆਪਣੇ ਤੇ ਟੁਕਾ ਕੇ ਕਰਨਗੇ। ਇਹ ਸ਼ੁਰੂ ਤੋਂ ਹੀ ਗੁਰੂ ਘਰ ਦੀ ਵਡਿਆਈ ਰਹੀ ਹੈ ਕਿ ਜੋ ਵੀ ਉਹਨਾਂ ਨੇ ਸਿੱਖਾਂ ਨੂੰ ਉਪਦੇਸ਼ ਦਿੱਤਾ, ਪਹਿਲਾਂ ਉਹਨੂੰ ਆਪਣੇ ਤੇ ਟੁਕਾਇਆ। ਅੱਜ ਸੰਸਾਰ ਦੇ ਲੋਕ ਔਰਤਾਂ ਦੇ ਬਰਾਬਰਤਾ ਦੇ ਦਰਜੇ ਦੀ ਗੱਲ ਕਰਦੇ ਨੇ, ਪਰ ਤੁਸੀਂ ਹੈਰਾਨ ਹੋਵੋਗੇ ਕਿ ਭੱਲਿਆਂ ਦੇ ਸ਼੍ਰੋਮਣੀ
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਜਿੱਥੇ 22 ਮੰਜੀਆਂ ਗੁਰਸਿੱਖਾਂ ਨੂੰ ਦਿੱਤੀਆਂ, ਉੱਥੇ 72 ਪੀੜੇ ਮਾਈਆਂ ਨੂੰ ਦਿੱਤੇ। 72 ਪ੍ਰਚਾਰਕ ਬੀਬੀਆਂ ਨੂੰ ਥਾਪਿਆ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਸਿਰਫ ਭਾਣਾ ਮੰਨਣ ਦੀ ਗੱਲ ਨਹੀਂ ਕੀਤੀ, ਉਸ ਭਾਣੇ ਦਾ ਨਾ ਪ੍ਰੈਕਟੀਕਲ ਕਰਕੇ ਵੀ ਦਿਖਾਇਆ ਵੀ ਦੁਨੀਆ ਦੇ ਲੋਕੋ ਭਾਣਾ ਇਦਾਂ ਮੰਨਿਆ ਜਾਂਦਾ ਹੈ। ਸਿਰਫ ਇਹ ਸ਼ਬਦ ਹੀ ਨਹੀਂ ਗੁਰਬਾਣੀ ਵਿੱਚ ਅੰਕਿਤ ਕੀਤੇ ਵੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਇਹ ਪੜ ਲੈਣਾ ਕਿੰਨਾ ਸੌਖਾ ਵਾ ਵੀ ਤੇਰਾ ਕੀਆ ਮੀਠਾ ਲੱਗੇ, ਪਰ ਜਿਹਦੇ ਸਿਰ ਤੇ ਪਵੇ ਉਹਨੂੰ ਪੁੱਛ ਕੇ ਦੇਖਣਾ ਚਾਹੀਦਾ ਹੈ ਕਿ ਤੇਰਾ ਅਨੁਭਵ ਕੀ ਕਹਿੰਦਾ, ਇਹ ਚੀਜ਼ ਮਿੱਠੀ ਲੱਗਦੀ। ਜਿਵੇਂ ਸਿਆਣਿਆਂ ਦਾ ਅਖਾਣ ਹੈ ਨਾ, ਕੌਲ ਹੈ ਵੀ ਦੂਜੇ ਘਰ ਬੈ ਸੰਤਰ ਤੇ ਆਪਦੇ ਲੱਗੇ ਤੇ ਅੱਗ। ਦੂਜੇ ਦੇ ਲੱਗੇ ਤੇ ਕਹਿੰਦੇ ਦੇਵਤਾ ਹੈ, ਰੱਬ ਦੀ ਮਰਜ਼ੀ ਹੈ, ਆਪਦੇ ਲੱਗੇ ਤੇ ਫਿਰ ਕਹਿੰਦੇ ਅੱਗ ਲੱਗੀ। ਦੁਖੀ ਆ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਭਾਣੇ ਨੂੰ ਅੱਤ ਮਿੱਠਾ ਕਰਕੇ ਮੰਨ ਕੇ ਦਿਖਾਇਆ ਕਿ ਤੱਤੀ ਲੋਹ ਤੇ ਬਹਿ ਕੇ ਵੀ ਰੱਬ ਦਾ ਸ਼ੁਕਰ ਕਿੱਦਾਂ ਕਰਨਾ ਹੈ। ਐਸੀ ਮਿਸਾਲ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਮਿਲੇਗੀ ਆਪ ਜੀ ਨੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਅੰਮ੍ਰਿਤ ਛਕਣ ਦੀ ਸਾਰੀਆਂ ਸੰਗਤਾਂ ਨੂੰ ਪ੍ਰੇਰਨਾ ਦਿੱਤੀ, ਉੱਥੇ ਆਪ ਵੀ ਸਤਿਗੁਰੂ ਜੀ ਨੇ ਅੰਮ੍ਰਿਤ ਛਕਿਆ ਵੀ ਕੱਲ ਨੂੰ ਕੋਈ ਸਿੱਖ ਕਹਿ ਹੀ ਨਾ ਦਵੇ ਮੈਨੂੰ ਅੰਮ੍ਰਿਤ ਦੀ ਕੀ ਲੋੜ ਹੈ, ਸਿੱਖਿਆ ਹੀ ਅੰਮ੍ਰਿਤ ਹੈ। ਕਿਉਂ ਅੰਮ੍ਰਿਤ ਬੜੇ, ਗੁਰੂ ਦੀ ਸਿੱਖਿਆ ਵੀ ਅੰਮ੍ਰਿਤ ਹੈ, ਨਾਮ ਵੀ ਅੰਮ੍ਰਿਤ ਹੈ, ਦੁੱਧ ਵੀ ਅੰਮ੍ਰਿਤ ਹੈ, ਸਵੇਰ ਦਾ ਟਾਈਮ ਵੀ ਅੰਮ੍ਰਿਤ ਹੈ। ਅੰਮ੍ਰਿਤ ਬੜੇ ਨੇ ਤੇ ਹੋ ਸਕਦਾ ਸਿੱਖ ਕੱਲ ਨਾ ਆਉਣ ਵਾਲੇ ਸਮੇਂ 'ਚ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਣ ਲੱਗ ਪਏ ਤੇ ਗੁਰੂ ਨਾਲੋਂ ਵੀ ਆਪਣੇ ਆਪ ਨੂੰ ਨਾ ਵੱਡਾ ਸਮਝੇ ਵੀ 10ਵੇਂ ਪਾਤਸ਼ਾਹ ਦੀ ਤੇ ਕੋਈ ਏਡੀ ਗੱਲ ਨਹੀਂ ਹੈ ਜਿੰਨੀ ਮੈਨੂੰ ਰੱਬ ਨੇ ਅਕਲ ਦਿੱਤੀ ਹੈ। ਸਤਿਗੁਰੂ ਨੇ ਅੰਮ੍ਰਿਤ ਆਪ ਛਕਿਆ, ਆਪ ਨਿਤਨੇਮ ਕਰਦੇ ਰਹੇ, ਸਿਮਰਨ ਕਰਦੇ ਰਹੇ, ਆਪ ਪੂਰਨੇ ਪਾਏ, ਆਪ ਆਪਣਾ ਪਰਿਵਾਰ ਸਰਬੰਸ ਵਾਰਿਆ। ਇਹ ਕੀ ਨੇ ਉੱਤਮ ਵਗਤੇ, ਕੱਲੇ ਵਗਤੇ ਨਹੀਂ, ਕੱਲੇ ਉਪਦੇਸ਼ ਕਰਨ ਵਾਲੇ ਨਹੀਂ, ਉਹਦਾ ਪ੍ਰੈਕਟੀਕਲ ਕਰਕੇ ਵੀ ਦਿਖਾਉਣਗੇ ਤੁਹਾਨੂੰ। ਇਸੇ ਤਰ੍ਹਾਂ ਅੱਜ ਦਾ ਸ਼ਬਦ ਵੀ ਦੁਨਿਆਵੀ ਲੋਕ, ਅਸੀਂ ਜਿਹੜੇ ਕਲਯੁਗੀ ਲੋਕ ਆ, ਕਾਮ ਕ੍ਰੋਧ ਹੰਕਾਰ 'ਚ ਫਸੇ ਹੋਏ ਆ, ਸਾਨੂੰ ਅਰਦਾਸ ਬੇਨਤੀ ਕਿਵੇਂ ਕਰਨੀ ਚਾਹੀਦੀ ਹੈ ਮਹਾਰਾਜ ਦੇ ਅੱਗੇ, ਇਹ ਆਪਣੇ ਤੇ ਢੁਕਾ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਦੱਸਣ ਲੱਗੇ ਨੇ ਕਿ ਸਿੱਖਾ ਅਰਦਾਸ ਕਿੱਦਾਂ ਕਰਦੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬੜੇ ਸੋਹਣੇ ਸ਼ਬਦ ਵਰਤੇ ਨੇ, ਨਿਮਰਤਾ ਭਰੇ, ਤੇ ਉਹ ਜਿਹੜੇ ਸ਼ਬਦ ਨੇ ਉਹਨਾਂ ਦੇ ਇੰਨੇ ਨਿਮਰਤਾ ਭਰੇ ਨੇ ਕਿ ਆਮ ਇਨਸਾਨ
ਵੀ ਉਹਨਾਂ ਸ਼ਬਦਾਂ ਨੂੰ ਵਰਤਣ ਤੋਂ ਬੜਾ ਗੁਰੇਜ਼ ਕਰਦਾ ਹੈ। ਪਹਿਲਾ ਸ਼ਬਦ ਹੈ ਉਹਨਾਂ ਦਾ, ਤੋਸੋ ਨਾ ਨਾਥ ਅਨਾਥ ਨਾ ਮੋਸਰ। ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਇਆਲ ਨਾ ਤੋਸਰ। ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ। ਦੇਖੋ ਸ਼ਬਦ, ਮੇਰੇ ਵਰਗਾ ਪਾਪੀ ਕੋਈ ਨਹੀਂ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ। ਪਾਵਨ ਨਾ ਤੋਸਰ, ਮੋਸੋ ਵਿਕਾਰੀ ਨਾ ਤੋਸੋ ਵਿਕਾਰੀ। ਮੇਰੇ ਵਰਗਾ ਵਿਕਾਰੀ ਕੋਈ ਨਹੀਂ, ਮਾੜਾ ਬੰਦਾ ਨਹੀਂ, ਤੇ ਸਤਿਗੁਰੂ ਜੀ ਪ੍ਰਮਾਤਮਾ ਜੀ ਤੇਰੇ ਵਰਗਾ ਚੰਗਾ ਕੋਈ ਨਹੀਂ, ਭਲਾ ਕਰਨ ਵਾਲਾ ਕੋਈ ਨਹੀਂ। ਹੁਣ ਇਹਨਾਂ ਸ਼ਬਦਾਂ ਨੂੰ ਕਿਤੇ ਸੁਣ ਕੇ ਨਾ ਭੁਲੇਖਾ ਨਾ ਖਾ ਜਿਓ ਵੀ ਭਾਈ ਗੁਰਦਾਸ ਸ਼ਾਇਦ ਪਾਪੀ ਆ। ਸ਼੍ਰੀਮਾਨ ਭਾਈ ਗੁਰਦਾਸ ਜੀ ਸ਼ਾਇਦ ਵਿਕਾਰੀ ਆ। ਇੱਕ ਹੋਰ ਵੀ ਸ਼ਬਦ ਹੈ ਨਾ, ਹਉ ਉਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ। ਹੁਣ ਇੱਥੇ ਤੁਸੀਂ ਵਿਸ਼ੇਸ਼ਣ ਸੁਣਿਓ, ਚੋਰ, ਯਾਰ ਜੁਆਰ ਹੋਂ ਪਰ ਘਰ ਜੋ ਹੰਦਾ, ਨਿੰਦਕ, ਦੁਸ਼ਟ, ਹਰਾਮ ਖੋਰ, ਠੱਗ ਦੇਸ ਠਗੰਦਾ, ਵਿਸ਼ਵਾਸ ਘਾਤੀ, ਅਕਿਰਤ ਕਣ, ਮੈਂ ਕੋ ਨਾ ਰਖੰਦਾ, ਸਿਮਰ ਮੁਰੀਦਾ ਢਾਡੀਆ, ਸਤਿਗੁਰ ਬਖਸ਼ੰਦਾ। ਹੁਣ ਇਸ ਸ਼ਬਦ ਦੇ ਵਿੱਚ ਜਿਹੜੇ ਵਿਸ਼ੇਸ਼ਣ ਦਿੱਤੇ ਨੇ, ਕਿੱਡੇ ਉਹ ਪਾਪੀ ਨੇ। ਅਪਰਾਧੀ, ਗੁਨਾਹਗਾਰ, ਬੇਮੁਖ, ਮੰਦਾ, ਨੀਚ, ਦੁਸ਼ਟ, ਚੋਰ, ਹਰਾਮਖੋਰ, ਇਹ ਜਿੰਨੇ ਵਿਸ਼ੇਸ਼ਣ ਨੇ ਇਹ ਸਭ ਪਾਪੀਆਂ ਦੇ ਨੇ। ਇਹਦਾ ਕਿਤੇ ਇਹ ਭੁਲੇਖਾ ਨਾ ਕੱਢ ਲਿਓ ਵੀ ਸ਼ਾਇਦ ਭਾਈ ਗੁਰਦਾਸ ਸੱਚੀ ਇਹੋ ਜਿਹਾ ਸੀ। ਇਹ ਕੀ ਆ? ਉੱਤਮ ਭਗਤਾ, ਜਿਹੜਾ ਇੰਨਾ ਨਿਮਰਤਾ ਵਿੱਚ ਹੈ ਕਿ ਪਾਪੀ ਬੰਦੇ ਦੀ ਅਰਦਾਸ ਗੁਰੂ ਕਿਵੇਂ ਸੁਣੇ, ਉਹਨੂੰ ਜਾਚ ਦੱਸਦੇ ਪਏ ਨੇ ਵੀ ਸਾਰੇ ਔਗਣ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਜੋੜ ਕੇ ਨਾ ਇਹ ਸ਼ਬਦ ਪੜ੍ਹਦਿਆ ਕਰ ਤੇ ਗੁਰੂ ਤੈਨੂੰ ਖਿਮਾ ਕਰ ਦਊਗਾ, ਮਾਫ ਕਰ ਦਊਗਾ, ਏਦਾਂ ਅਰਦਾਸ ਕਰਿਆ ਕਰ। ਧੰਨ ਗੁਰੂ ਨਾਨਕ ਦੇਵ ਸਾਹਿਬ ਇੱਕ ਜਗ੍ਹਾ ਕਹਿੰਦੇ ਨੇ, ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋਂ ਕਿਆ ਮੋਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੈ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਕੀ ਗੁਰੂ ਨਾਨਕ ਦੇਵ ਸਾਹਿਬ ਨੀਚ ਨੇ? ਨਹੀਂ, ਇੱਥੇ ਨੀਵੇਂ ਬੰਦੇ ਜਿਹੜੇ ਨੇ ਉਹਨਾਂ ਦੀ ਉਦਾਹਰਣ ਪੇਸ਼ ਕੀਤੀ ਗਈ ਹੈ ਕਿ ਉਹਨਾਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ, ਤੇ ਨਿਮਰਤਾ ਭਾਵ ਦੇ ਵਿੱਚ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਸਿਖਾਉਂਦੇ। ਹੁਣ ਇੱਕ ਜਗ੍ਹਾ ਸਤਿਗੁਰੂ ਕਹਿੰਦੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ, ਫਿਰ ਗਰਭਾਸ ਨਾ ਪਰਿਆ ਰੇ। ਕਿ ਗੁਰੂ ਮੂਰਖ ਹੈ? ਕਿ ਗੁਰੂ ਅਪਰਾਧੀ ਹੈ? ਇਸ ਗੱਲ ਤੋਂ ਹਿਸਾਬ ਲਾ ਲਓ ਕਿ ਸਤਿਗੁਰੂ ਸੰਸਾਰ ਦੇ ਵਿੱਚ ਜਿੰਨੇ ਰਹਿਬਰ ਹੋਏ ਨੇ, ਅਵਤਾਰ ਹੋਏ ਨੇ ਨਾ, ਸਭ ਤੋਂ ਉੱਤਮ ਭਗਤੇ ਦੇ। ਤੁਸੀਂ ਸ਼ਾਸਤਰ ਪੜ੍ਹ ਕੇ ਦੇਖ ਲਓ, ਸਿਮਰਤੀਆਂ ਪੜ੍ਹ ਕੇ ਦੇਖ ਲਓ, ਉੱਥੇ ਅਵਤਾਰ ਕਹਿਣਗੇ ਵੀ ਮੈਂ ਭਗਵਾਨ ਆ ਤੇ ਤੂੰ ਮੇਰਾ ਚੇਲਾ ਹੈ, ਤੇ ਤੇਰੇ 'ਚ ਇਹ ਖਾਮੀਆਂ ਵਾ, ਤੂੰ ਦੂਰ ਕਰ। ਉਹ ਆਪਣੇ ਆਪ ਨੂੰ ਨੀਚ ਨਹੀਂ ਕਦੀ ਕਹਿਣਗੇ।
ਉਹ ਕਹਿਣਗੇ ਮੈਂ ਭਗਵਾਨ ਆ। ਉਹ 10ਵੇਂ ਪਾਤਸ਼ਾਹ ਵਾਂਗ ਇਹ ਗੱਲ ਕਦੀ ਨਹੀਂ ਕਹਿਣਗੇ ਵੀ ਜੋ ਹਮਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ। ਜਿਹੜਾ ਮੈਨੂੰ ਰੱਬ ਕਹੂਗਾ ਉਹ ਨਰਕਾਂ 'ਚ ਪਊਗਾ। ਤੁਸੀਂ ਗ੍ਰੰਥ ਉਠਾ ਕੇ ਦੇਖ ਲਓ, ਉਹਨਾਂ ਵਿੱਚ ਹਰੇਕ ਅਵਤਾਰੀ ਪੁਰਸ਼ ਨੇ ਆਪਣੇ ਆਪ ਨੂੰ ਰੱਬ ਕਿਹਾ ਹੈ। ਇਹ ਰੱਬ ਹੋਰ ਕੋਈ ਨਹੀਂ, ਰੱਬ ਮੈਂ ਹੀ ਆ। ਪਰਮਾਤਮਾ ਦਾ ਅਭਿਮਾਨ ਲੈ ਕੇ ਆਪਣੇ ਆਪ ਨੂੰ ਪਰਮਾਤਮਾ ਕਿਹਾ ਹੈ। ਜਿਵੇਂ ਇੱਕ ਬੱਚਾ ਆਪਣੇ ਪਿਤਾ ਦਾ ਅਭਿਮਾਨ ਲੈ ਕੇ ਬੜਾ ਹੀ ਸੋਹਣੀ ਕੋਠੀ ਪਈ ਹੋਵੇ ਤੇ ਕੋਈ ਪੁੱਛੇ ਇਹ ਕਿਹਦੀ ਆ, ਕਹਿੰਦਾ ਮੇਰੀ ਆ, ਸਾਡੀ ਆ। ਪਰਮਾਤਮਾ ਦੀ ਬਰਕਤ, ਉਹਦੀ ਕਿਰਪਾ, ਉਹਦਾ ਅਭਿਮਾਨ ਲੈ ਕੇ ਆਪਣੇ ਆਪ ਨੂੰ ਉੱਥੇ ਰੱਬ ਦੱਸਿਆ ਗਿਆ ਵੀ ਰੱਬ ਮੈਂ ਹੀ ਆ, ਪਰਮਾਤਮਾ ਮੈਂ ਹੀ। ਹਜ਼ਰਤ ਈਸਾ ਸਾਹਿਬ ਕਿੱਡੇ ਪਿਆਰ ਵਾਲੇ ਪੈਗੰਬਰ ਹੋਏ ਨੇ। ਉਹਨਾਂ ਨੇ ਵੀ ਜਦੋਂ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਤੇ ਭੇਡਾਂ ਦੱਸਿਆ ਹੈ ਵੀ ਤੁਸੀਂ ਮੇਰੀਆਂ ਭੇਡਾਂ ਹੋ ਤੇ ਮੈਂ ਤੁਹਾਡਾ ਜਿਹੜੀ ਮੈਂ ਤੁਹਾਨੂੰ ਸੰਭਾਲਣ ਵਾਲਾ। ਇੱਕੋ ਇੱਕ ਗੁਰੂ ਘਰ ਦੀ ਮਹਾਨਤਾ ਇਸ ਤਰ੍ਹਾਂ ਦੀ ਹੈ ਕਿ ਹਰ ਉਪਦੇਸ਼ ਨੂੰ ਆਪਣੇ ਤੇ ਢੁਕਾ ਕੇ ਪੇਸ਼ ਕੀਤਾ ਗਿਆ, ਇੰਨਾ ਨਿਮਰਤਾ ਵਿੱਚ ਜੀਵਨ ਬਤੀਤ ਕੀਤਾ ਗਿਆ। ਕੋਈ ਦਾਵਾ ਨਹੀਂ ਵੀ ਮੈਂ ਖੁਦਾ ਦਾ ਪੁੱਤ ਹਾਂ, ਕੋਈ ਦਾਵਾ ਨਹੀਂ ਵੀ ਮੈਂ ਰੱਬ ਹਾਂ, ਨਹੀਂ ਤੇ ਹਰ ਇੱਕ ਅਵਤਾਰੀ ਪੁਰਸ਼ ਨੇ ਜ਼ਿੰਦਗੀ 'ਚ ਕੁਝ ਨਾ ਕੁਝ ਦਾਵਾ ਕੀਤਾ। ਐਸੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਉਹਨਾਂ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਨੇ ਕਿ ਸਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਅਰਦਾਸ ਕਿੱਦਾਂ ਕਰੀਦੀ। ਉਹ ਸ਼ਬਦ ਦੱਸਦੇ ਨੇ, ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਮਾਈ ਮੋਹੇ ਪ੍ਰੀਤਮ ਦੇਹੋ ਮਿਲਾਈ, ਮਾਈ ਕਿਹਾ ਗਿਆ ਹੈ ਉੱਤਮ ਸਖੀ ਨੂੰ। ਗੁਰਬਾਣੀ ਵਿੱਚ ਮਾਤਾ ਪਿਤਾ ਕਿਹਾ ਗਿਆ ਗੁਰੂ ਨੂੰ, ਜਾਂ ਗੁਰਬਾਣੀ ਵਿੱਚ ਮਾਤਾ ਪਿਤਾ ਕਿਹਾ ਗਿਆ ਹੈ ਸੰਤਾਂ ਨੂੰ, ਰੱਬ ਦੇ ਪਿਆਰਿਆਂ। ਮਾਈ ਮਾਤਾ ਪਿਤਾ ਰੂਪ ਸੰਤ ਜਨੋ, ਮੈਨੂੰ ਪ੍ਰੀਤਮ ਜਿਹੜਾ ਸਭ ਤੋਂ ਪਿਆਰਾ ਪਰਮੇਸ਼ਰ ਹੈ, ਵਾਹਿਗੁਰੂ ਹੈ, ਆਤਮ ਸਰੂਪ ਹੋਣ ਕਰਕੇ ਆਪਣਾ ਸੁੱਖ ਸਭ ਨੂੰ ਪਿਆਰਾ ਹੈ। ਐਸਾ ਪ੍ਰਭੂ ਪਰਮੇਸ਼ਰ ਮੈਨੂੰ ਕਿਰਪਾ ਕਰਕੇ ਮਿਲਾ ਦਿਓ। ਸੰਤਾਂ ਅੱਗੇ ਬੇਨਤੀ ਹੈ, ਵਾਹਿਗੁਰੂ ਦੇ ਪਿਆਰਿਆਂ ਅੱਗੇ ਬੇਨਤੀ ਹੈ। ਇੱਥੇ ਸਵਾਲ ਹੋ ਸਕਦਾ ਹੈ ਵੀ ਸੰਤਾਂ ਨੂੰ ਹੀ ਕਿਉਂ, ਪਰਮਾਤਮਾ ਦੇ ਪਿਆਰਿਆਂ ਨੂੰ ਹੀ ਕਿਉਂ? ਹੋਰ ਬੜੇ ਜੋਗੀ ਨੇ, ਜੰਗਮ ਨੇ, ਬੜੇ ਜਪੀ ਤਪੀ ਨੇ। ਤਾਂ ਇਸ ਦਾ ਜਵਾਬ ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੀ ਬਾਣੀ ਸੁਖਮਣੀ ਸਾਹਿਬ ਚ ਆਪ ਦਿੰਦੇ ਨੇ ਕਿ ਸਭ ਤੋਂ ਸੌਖਾ ਪਰਮਾਤਮਾ ਸੰਤਾਂ ਤੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੁਖਮਣੀ ਸਾਹਿਬ ਚ ਕਹਿੰਦੇ ਨੇ, ਸਾਧ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਮਹਾਤਮਾ ਦੇ ਨਾਲ ਬਹੁਤੀ ਖੇਚਲ ਕਰਨੀ ਨਹੀਂ ਪੈਂਦੀ, ਬਹੁਤਾ ਸਿਰ ਖਪਾਈ ਕਰਨੀ ਨਹੀਂ ਪੈਂਦੀ। ਸੌਖਾ ਪਰਮਾਤਮਾ ਕਿੱਥੋਂ ਪ੍ਰਾਪਤ ਹੁੰਦਾ ਹੈ? ਮਹਾਤਮਾ ਦੀ ਸੰਗਤ ਚ, ਰੱਬ ਦੇ ਪਿਆਰਿਆਂ ਦੀ ਸੰਗਤ ਚ। ਹੁਣ ਇੱਥੇ ਫੇਰ ਇੱਕ ਸ਼ੰਕਾ ਹੋ ਸਕਦੀ ਹੈ, ਜੇ ਖੇਚਲ ਕਰਨੀ ਨਹੀਂ ਪੈਂਦੀ ਤੇ ਫਿਰ ਬਾਣੀ ਕਿਉਂ ਪੜ੍ਹੀ ਜਾਂਦੀ ਹੈ? ਜਿੰਨਾ ਮਹਾਤਮਾ ਤੋਂ ਡਰ ਲੱਗਦਾ ਹੈ ਵੀ ਕੋਈ ਮਹਾਤਮਾ ਦੇ 51 ਪਾਠ ਕਰਦਾ ਸੀ ਜਪਜੀ ਸਾਹਿਬ ਦੇ,
ਆਪਾਂ ਇੱਕ ਵੀ ਨਹੀਂ ਕਰਕੇ ਰਾਜੀ। ਕੋਈ 11 ਪਾਠ ਸੁਖਮਣੀ ਸਾਹਿਬ ਦੇ ਕਹਿੰਦਾ ਕਰੋ, ਕੋਈ ਕਹਿੰਦਾ 5 ਗ੍ਰੰਥੀ ਕਰੋ, ਤੇ ਮਹਾਰਾਜ ਕਹਿੰਦੇ ਕੋਈ ਖੇਚਲ ਕਰਦੀ ਲੋੜ ਹੀ ਨਹੀਂ ਹੈ। ਕੋਈ ਬਹੁਤਾ ਖਪਣ ਦੀ ਲੋੜ ਨਹੀਂ, ਰੱਬ ਤੈਨੂੰ ਮਿਲ ਜੂਗਾ, ਬਸ ਉਹਦੀ ਸੰਗਤ ਕਰ। ਤੇ ਜਦੋਂ ਮਹਾਤਮਾ ਕੋਲੇ ਜਾਈਏ ਉਹ ਕਹਿੰਦੇ 101 ਪਾਠ ਜਪਜੀ ਸਾਹਿਬ ਦੇ ਕਰ, 36 ਲੱਖ ਮੂਲ ਮੰਤਰ ਕਰ। ਕਿਹੜੇ ਬੰਨੇ ਜਾਵੇ ਬੰਦਾ, ਸਮਝ ਨਹੀਂ ਆਉਂਦੀ। ਇੱਕ ਬੰਨੇ ਗੁਰਬਾਣੀ ਕਹਿੰਦੀ ਆ ਨਾਮ ਜਪਣ ਤੋਂ ਬਿਨਾ ਤੇਰਾ ਬੇੜਾ ਪਾਰ ਨਹੀਂ ਲੱਗਣਾ, ਦੂਸਰੇ ਬੰਨੇ ਮਹਾਰਾਜ ਕਹਿੰਦੇ ਸਾਧ ਕੇ ਸੰਗ ਨਹੀਂ ਕਿਛ ਕਾਲ। ਇੱਕ ਬੰਨੇ ਬਾਣੀ ਕਹਿੰਦੀ ਤੂੰ ਜੰਮਿਆ ਹੀ ਬਾਣੀ ਪੜਨ ਵਾਸਤੇ, ਆਇਓ ਸੁਨਨ ਪੜਨ ਕੋ ਬਾਣੀ, ਤੇ ਦੂਸਰੇ ਬੰਨੇ ਕੋਈ ਖੇਚਲ ਦੀ ਲੋੜ ਨਹੀਂ ਹੈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਚਿੰਤਾ। ਤੇ ਦੋ ਗੱਲਾਂ ਹੋ ਗਈਆਂ ਨਾ, ਆਮ ਸ਼ਬਦਾਂ 'ਚ ਵਿਰੋਧ ਹੋ ਗਿਆ, ਤੇ ਜੇ ਬਾਣੀ 'ਚ ਹੀ ਵਿਰੋਧ ਹੋਇਆ ਤੇ ਸਿੱਖਾਂ ਦਾ ਮਨ ਕਿੱਦਾਂ ਸ਼ਾਂਤ ਹੋ ਜਾਊਗਾ। ਆ ਕਈ ਵਿਦਵਾਨ ਕਹਿਣਗੇ ਗੁਰਬਾਣੀ 'ਚ ਨਾ ਵਿਰੋਧਾਭਾਸ ਹੈ। ਜੇ ਗੁਰਬਾਣੀ 'ਚ ਹੀ ਵਿਰੋਧਾਭਾਸ ਹੈ ਤੇ ਸਿੱਖਾਂ ਦਾ ਵਿਰੋਧ ਕੌਣ ਦੂਰ ਕਰੂਗਾ ਫਿਰ? ਜੇ ਗੁਰੂ 'ਚ ਹੀ ਵਿਰੋਧ ਬੈਠਾ ਹੈ, ਜੇ ਗੁਰੂ 'ਚ ਹੀ ਜੰਮਣ ਮਰਨ ਬੈਠਾ ਹੈ, ਦਵੈਤ ਵਿਰੋਧਾਭਾਸ ਮੈਨੇ ਦਵੈਤ ਬੈਠੀ ਆ, ਦੋਪਣਾ ਬੈਠਾ ਹੈ, ਤੇ ਫਿਰ ਗੁਰੂ ਸਿੱਖ ਨੂੰ ਕਿੱਦਾਂ ਜੰਮਣ ਮਰਨ ਤੋਂ ਰਹਿਤ ਕਰ ਦਊਗਾ? ਤਾਂ ਫਿਰ ਇਹ ਸ਼ਬਦ ਅੱਡ ਅੱਡ ਕਿਉਂ ਨੇ? ਕਿਤੇ ਆਖਿਆ ਬਾਣੀ ਪੜ, ਕਿਤੇ ਆਖਿਆ ਨਹੀਂ ਪੜਦੀ ਲੋੜ, ਕਿਤੇ ਆਖਿਆ ਨਾਮ ਜਪ, ਤੇ ਕਿਤੇ ਆਖਿਆ ਜਿੰਨਾ ਮਰਜੀ ਜਪੀ ਜਾ ਰਾਮ ਰਾਮ ਕਰਤਾ, ਸਭ ਜਗ ਫਿਰੈ ਰਾਮ ਨਾ ਪਾਇਆ ਜਾ। ਹੁਣ ਇਹ ਵੀ ਦੋ ਵਿਰੋਧ ਦੀਆਂ ਗੱਲਾਂ ਨੇ। ਜਿਨ੍ਹਾਂ ਨੇ ਗੁਰੂ ਘਰ ਦੇ ਵਿੱਚ ਸੇਵਾ ਨਹੀਂ ਨਾ ਕੀਤੀ ਉਹ ਕਹਿੰਦੇ ਨੇ ਗੁਰਬਾਣੀ 'ਚ ਵਿਰੋਧਾਭਾਸ ਆ, ਸਿਰਫ ਕਿਤਾਬਾਂ ਹੀ ਲਿਖੀਆਂ ਜਿਨ੍ਹਾਂ ਨੇ। ਤੇ ਜਿਨੇ ਗੁਰੂ ਘਰ ਆਣ ਕੇ ਭਾਂਡੇ ਮਾਂਜੇ, ਸਿਮਰਨ ਕੀਤਾ, ਨਿਤਨੇਮ ਕੀਤਾ, ਉਹ ਸਮਝਦਾ ਹੈ। ਉਹ ਕਹਿੰਦੇ ਵਿਰੋਧ ਨਹੀਂ ਆ, ਸਟੇਜ ਆ। ਇੱਕ ਸਟੇਜ ਹੈ ਨਾਮ ਜਪਣ ਦੀ, ਤੇ ਇੱਕ ਸਟੇਜ ਹੈ ਨਾਮ ਜਪ ਕੇ ਹੁਣ ਉਹਦੀ ਹਉਮੈ ਨਹੀਂ ਕਰਨੀ, ਹਉਮੈ ਵੀ ਛੱਡਣੀ। ਇੱਕ ਸਟੇਜ ਹੈ ਸੇਵਾ ਕਰਨੀ, ਦੂਸਰੀ ਹੈ ਸੇਵਾ ਕਰਕੇ ਉਹਦਾ ਮਾਣ ਨਹੀਂ ਕਰਨਾ। ਗੁਰਬਾਣੀ ਦੀ ਹਰ ਤੁਕ ਇੱਕ ਸਟੇਜ ਹੈ ਬੰਦੇ ਦੀ, ਇੱਕ ਕਲਾਸ ਹੈ। ਉਸ ਮੁਤਾਬਕ ਗੁਰਬਾਣੀ ਉਚਾਰਨ ਕੀਤੀ ਗਈ ਹੈ, ਕੋਈ ਵਿਰੋਧ ਨਹੀਂ ਇੱਕ ਦੂਜੀ ਪੰਕਤੀ ਦਾ, ਇੱਕ ਦੂਜੇ ਸ਼ਬਦ ਦਾ। ਇੱਕ ਮਹਾਤਮਾ ਹੋਏ ਨੇ ਭਾਈ ਅੱਡਣ ਸਾਹਿਬ, ਕਸ਼ਮੀਰ ਦੇ ਇਲਾਕੇ 'ਚ ਗਏ। ਉੱਥੇ ਖੂਹ ਦਾ ਪਾਣੀ ਖਰਾਬ ਹੋ ਗਿਆ, ਸੰਗਤ ਵਾਸਤੇ ਬੜੀ ਦਿੱਕਤ ਆਈ। ਉੱਥੇ ਇੱਕ ਪ੍ਰੇਮੀ ਸਿੱਖ ਸੀ, ਉਹਨੇ ਉਦਮ ਕੀਤਾ। ਜਿਹੜੀ ਲਾਗੇ ਨਦੀ ਵਗਦੀ ਸੀ ਉਹ ਕੋਈ 17-18 ਕਿਲੋਮੀਟਰ ਦੂਰ ਸੀ। ਖੂਹ ਦਾ ਪਾਣੀ ਫਿੱਟ ਨਾ ਬੈਠਾ, ਸੰਗਤ ਹੁੰਦੀ, ਕਥਾ ਹੁੰਦੀ, ਕੀਰਤਨ ਹੁੰਦਾ, ਤੇ ਜਿੱਥੇ ਸੰਗਤ ਉਹਨਾਂ ਨੂੰ ਯਾਦ ਕਰਦੀ ਉੱਥੇ ਜਾ ਕੇ ਹੱਥੀ ਗੁਰਬਾਣੀ ਦੀਆਂ ਉਹ ਪੋਥੀਆਂ ਲਿਖ ਕੇ ਦਿੰਦੇ ਹੁੰਦੇ ਸੀ ਨਿਤਨੇਮ ਕਰਨ ਵਾਸਤੇ। ਪ੍ਰਿੰਟਿੰਗ ਪ੍ਰੈਸਾਂ ਤੇ ਹੁਣ ਆਈਆਂ ਨੇ, ਹੱਥੀਂ ਲਿਖ ਕੇ ਪਰਉਪਕਾਰ ਕਰਦੇ ਹੁੰਦੇ ਸੀ। ਭਾਈ ਸਾਹਿਬ ਭਾਈ ਅੱਡਣ ਜੀ ਉੱਥੇ ਗਏ। ਮਹਾਂਪੁਰਸ਼ ਸਨ, ਬ੍ਰਹਮ ਬੇਤੇ ਸਨ। ਪਾਣੀ ਨਾ ਫਿੱਟ ਬੈਠਾ ਸੰਗਤ ਵਾਸਤੇ ਵੀ, ਤੇ ਇੱਕ ਸਿੱਖ ਨੇ ਉਪਰਾਲਾ ਕੀਤਾ। ਉਹਨੇ ਕਮਰ ਕਸਾ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਅੱਗੇ ਅਰਦਾਸ ਕੀਤੀ, ਮਹਾਰਾਜ ਜੇ ਤੁਸੀਂ ਰਾਤ ਨੂੰ ਜਾ ਕੇ ਸਾਰੀ ਰਾਤ ਤੁਰ ਕੇ ਅੰਮ੍ਰਿਤ ਵੇਲੇ ਬਿਆਸ ਨਦੀ ਚੋਂ ਦਰਿਆ ਚੋਂ ਜਲ ਲਿਆ ਸਕਦੇ ਹੋ, ਤੇ ਮੈਨੂੰ ਵੀ ਬਲ ਬਖਸ਼ੋ ਵੀ ਸੰਗਤ ਵਾਸਤੇ, ਮਹਾਤਮਾ ਵਾਸਤੇ, ਸਾਧੂਆਂ ਵਾਸਤੇ ਜਲ ਲਿਆਇਆ ਕਰਾਂ। ਰੋਜ਼ ਜਾਣ ਲੱਗ ਪਏ। 6 ਮਹੀਨੇ ਉੱਥੇ ਮਹਾਤਮਾ ਰਹੇ, ਭਾਈ ਅੱਡਣ ਸਾਹਿਬ ਰਹੇ, ਸੰਤਾਂ ਦੀ ਜਮਾਤ ਰਹੀ, ਗੁਰਬਾਣੀ ਦੀਆਂ ਪੋਥੀਆਂ ਲਿਖਦੇ ਰਹੇ,
संगत होनी, कथा होनी, कीर्तन होना। एक दिन उन्हें तुक सुन ली भी साध कै संग नहीं किश काल। ते सेवा तो बाद जिहड़ी गुरबाणी दियां पंक्तियां ने ये बड़ा असर पाउंदियां ने। सेवा तो बिना जिहड़ियां गुरबाणी दियां पंक्तियां ने, गुरबाणी दा पाठ है वो तां इदां ही बस लंघदे जाईदा है भी जिद्दां फाहा वड्ढना हुंदा ना भी दवा दा नबेड़ काम, ये नबेड़ दे बस भी दवा दा कर दे सही तूं। ते सेवा सिमरन तो बाद जदों कुछ हिरदा शुद्ध हुंदा है उदों गुरबाणी दियां पंक्तियां एक एक शब्द जदों ਕੰਨਾਂ ਵਿੱਚ ਦੀ ਲੰਘਦਾ ਹੈ ਤੇ ਉਹ ਇਦਾਂ ਅਸਰ ਪਾਉਂਦਾ ਜਿੱਦਾਂ ਕੋਈ ਛਾਪ ਹਿਰਦੇ ਤੇ ਛਪਦੀ ਜਾਂਦੀ ਤੇ ਸੋਚੀ ਪੈ ਜਾਂਦਾ ਹੈ ਇਨਸਾਨ ਵੀ ਇਹ ਤੁਕ ਪਹਿਲਾਂ ਨਹੀਂ ਸੀ ਸੁਣੀ ਜ਼ਿੰਦਗੀ 'ਚ ਜਿੰਨਾ ਅੱਜ ਸੁਣਨ ਦਾ ਸਵਾਦ ਆਇਆ ਹੈ। ਇੰਨਾ ਫਰਕ ਪੈਂਦਾ ਸੇਵਾ ਦੇ ਨਾਲ ਗੁਰਬਾਣੀ ਦੇ ਅਸਰ ਦਾ। ਹੁਣ ਉਹ ਤੁਕ ਪਹਿਲਾਂ ਵੀ ਸੁਣੀ ਹੋਵੇਗੀ ਪਰ ਇੰਨਾ ਅਸਰ ਨਹੀਂ ਪਿਆ ਕਦੇ। सेवा करन करके हिरदा शुद्ध होया, असर पै गया। ते भाई अड्डण साहब नूं पुछदे महाराज, एक बन्ने महाराज कहिंदे ने जप तप का बंध बेड़ला, जित लंघै वहेला, ना सरवर ना उछलै ऐसा पंथ सहेला। दूसरे बन्ने कहिंदे कोई घाल करन दी लोड़ नहीं, साध के संग नहीं किश घाल। ये दो तुकां एक दूजे दे विरोध च नहीं आ। कहंदे जे घाल नहीं सी करनी, जप तप नहीं सी करना, सिमरन नहीं सी करना, नितनेम नहीं सी करना, ते एडा वड्डा गुरु ग्रंथ साहिब लिखण दी की लोड़ पई सी। आखो सतवाह। जे नाम जपना ही नहीं सी ते फिर एडा वड्डा गुरु ग्रंथ साहिब लिखण दी की लोड़ पै गई सी। कादे वास्ते लिखिया गया एडा वड्डा गुरु ग्रंथ? ते फिर कहिंदे जी दूजी तुक भी साध के संग नहीं किश काल। तां कहिंदे जदों तुसीं पानी लैण जाने हो रोज 17-18 किलोमीटर तो, ये तुसीं रात नूं सौंदे नहीं, 7-8 बजे तुर पैंदे हो, सवेरे 3-4 बजे मुड़दे हो, की तुहानूं खेचल पैंदी है तां पुछदे हो भी बड़ा सियापे नूं फड़े गए, रोज 18 किलोमीटर कौन तुर के जावे, कि खेचल महसूस करते हो? कहते नहीं जी मैनू तो चाह ही चढ़िया रहिंदा है, मैनू तो पैंडा लगता ही नहीं, मैनू तो इन्ना चाह चढ़ता सेवा करके, ऐसा रस आउंदा, मैनू थकावट होंदी नहीं। बस कहते इहदा यही जवाब है कि बिना साधु की संगत तो रब का नाम भी लोकां नूं खेचल बन जाता है। पर जिन्हें महात्मा का संग किया होवे उन्होंने ऐसा रस आउंदा है, चाह चढ़ता है। जिन्हें संगत की सेवा की होवे उहदे वास्ते ना फिर नितनेम खेचल नहीं है, उहदे वास्ते ये शरीरक कष्ट नहीं है भी सेवा करनी भी शरीरक खेचल है। ते इन्ना पाठ किदां हो सकता? अजकल यही आपां कह के खैड़ा छड़ा लैने ना भी मैं तो नहीं इन्ना पाठ कर सकता, मेरे तो नहीं सिमरन हो सकता भी जिन्ना तुसीं कहते हो। तां कहंदे उन्हां वास्ते ये खेचल नहीं रह जाती, ये बड़ा आरामदायक सुखदायक बन जाता है। इस करके इत्थे गुरबाणी दे विच माई कहा गया, माता पिता रूप संतान। माई मोहे प्रीतम देहो मिलाई, जिहड़ा सब तो प्यारा परमेश्वर वाहिगुरू है उन्हों माई महात्मा रूप संत जनों मैनू कृपा करके मिला दवो। सगल सहेली सुख पर सूती, जे कर लाल बसाई। ते तुसी क्यों मिलना जी? तुसी दुनियावी सुख लो, ऐश इशरत करो, राम दी जिंदगी बतीत करो, नाम जपण च की रखिया है? परमात्मा नूं मिल के की करना है? दुनिया दे पदार्थ ने वो लो। तां सतगुरु जी अपने ते टिका के जग्यासू दी बेनती करदे भी जिहड़ा सुख वाहिगुरू दे मलाप दे विच है
ਉਹ ਸੁਖ ਸੰਸਾਰ ਦੇ ਪਦਾਰਥਾਂ ਦੇ ਵਿੱਚ ਨਹੀਂ। ਸਤਿਗੁਰੂ ਬਾਣੀ ਵਿੱਚ ਵੀ ਕਹਿੰਦੇ ਸੁਖ ਨਾਹੀ ਰੇ ਹਰ ਭਗਤ ਬਿਨਾ, ਸੁਖ ਨਾਹੀ ਬਹੁਤੇ ਧਨ ਖਾਟੇ, ਸੁਖ ਨਾਹੀ ਪੇਖੈ ਨਿਰਤ ਨਾਟੇ। ਕਾਰੂ ਬਾਦਸ਼ਾਹ ਨੇ 52 ਖੂਹ ਪੈਸਿਆਂ ਦੇ ਭਰ ਲਏ ਸੀ, ਰੁਪਈਆ ਤੱਕ ਨਹੀਂ ਸੀ ਛੱਡਿਆ, ਫੇਰ ਉਹਨੂੰ ਸੁਖ ਮਿਲ ਗਿਆ। ਫਿਰ ਵੀ ਸੁਖ ਕਿੱਥੋਂ ਮਿਲਿਆ? ਜਦੋਂ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਚ ਝੁਕ ਗਿਆ, ਫਿਰ ਅਸਲੀ ਸੁਖ ਦੀ ਪ੍ਰਾਪਤੀ ਹੋਈ। ਲਾਹੌਰ ਦਾ ਸ਼ਾਹੂਕਾਰ ਕਰੋੜਪਤੀ ਸੀ, ਮਹਾਰਾਜ ਨੇ ਇੱਕ ਸੂਈ ਦਿੱਤੀ ਸੀ ਵੀ ਦਰਗਾਹ 'ਚ ਲੈ ਜੀ ਤੇ ਤੇਰੇ ਤੋਂ ਲਵਾਂਗੇ। ਘਰ ਵਾਲੀ ਨੇ ਸਮਝਾਇਆ ਸੂਈਆਂ ਵੀ ਜਾਂਦੀਆਂ ਨੇ ਉੱਥੇ ਤੇ ਕੱਖ ਵੀ ਨਹੀਂ ਜਾਂਦਾ, ਅੱਖਾਂ ਖੁੱਲ ਗਈਆਂ। ਤਾਂ ਜਿਹੜਾ ਸੁਖ ਵਾਹਿਗੁਰੂ ਦੇ ਮਿਲਾਪ 'ਚ ਹੈ ਉਹ ਸੁਖ ਸੰਸਾਰ ਦੇ ਕਿਸੇ ਪਦਾਰਥ ਦੇ ਵਿੱਚ ਨਹੀਂ। ਇਸ ਕਰਕੇ ਸਗਲ ਸਹੇਲੀ ਜਿੰਨੀਆਂ ਵੀ ਸਹੇਲੀਆਂ ਮੇਰੀਆਂ, ਭਗਤੀ ਵਾਲੀਆਂ, ਜਪ ਤਪ ਵਾਲੀਆਂ, ਸੇਵਾ ਵਾਲੀਆਂ, ਮਹਾਤਮਾ ਰੂਪ ਜਿਹੜੀਆਂ ਸਹੇਲੀਆਂ ਨੇ, ਇਹ ਸੁੱਖ ਨੂੰ ਭਰ ਕੇ ਸੌਂਦੀਆਂ ਨੇ। ਸੁੱਖ ਨੂੰ ਭਰਨਾ ਕੀ? ਚਿੱਤ ਨੂੰ ਇਕਾਗਰ ਕਰਕੇ ਸੌਣਾ ਕੀ ਹੈ? ਨਿਰਵਿਕਲਪ ਸਮਾਧੀ ਵਿੱਚ ਮਨ ਨੂੰ ਟਿਕਾ ਲੈਂਦੀਆਂ ਹਨ। ਨਿਰਵਿਕਲਪ ਸਮਾਧੀ ਮੈਨੇ ਜਦੋਂ ਮਨ ਇੰਨਾ ਰੱਬ ਦੇ ਨਾਮ ਵਿੱਚ ਟਿਕ ਜੇ ਵੀ ਦੁਨੀਆ ਦਾ ਖਿਆਲ ਹੀ ਨਾ ਆਵੇ, ਸੰਸਾਰ ਦਾ ਖਿਆਲ ਪੈਦਾ ਹੋਣੋਂ ਹਟ ਜੇ, ਵੀ ਜਿੱਥੇ ਬੈਠਾ ਬੈਠਾ ਰਵੇ। ਹੁਣ ਤਾਂ ਘੜੀ ਦਾ ਮੂੰਹ ਦੇਖਦੇ ਰਹੀਦਾ ਹੈ। ਜੇ ਗ੍ਰੰਥੀ ਸਿੰਘ ਪਾਠ ਦੀ ਡਿਊਟੀ ਕਰਦਾ ਤੇ ਸਾਹਮਣੇ ਘੜੀ ਜ਼ਰੂਰ ਲਾਉਣੀ ਪੈਂਦੀ। ਜੇ ਕਿਤੇ ਅਗਲਾ ਬੰਦਾ 5 ਮਿੰਟ ਲੇਟ ਆਵੇ ਤੇ ਕਰਦਾ ਪਾਠ ਹੁੰਦਾ, ਗੁੱਸਾ ਉੱਥੇ ਬੈਠੇ ਨੂੰ ਚੜੀ ਜਾਂਦਾ। ਤੂੰ ਲੇਟ ਆਇਆ, ਤੂੰ 10 ਮਿੰਟ ਲੇਟ ਆਇਆ, ਮੈਂ ਹੁਣੇ ਪ੍ਰਧਾਨ ਜੀ ਨੂੰ ਤੇਰੀ ਸ਼ਿਕਾਇਤ ਕਰਦਾ। ਨਿਰਵਿਕਲਪ ਸਮਾਧੀ ਜਦੋਂ ਦੇਸ਼ ਕਾਲ ਵਸਤੂ ਸਭ ਕੁਝ ਭੁੱਲ ਜਾਂਦਾ ਹੈ। ਭਰਥਰੀ ਹਰੀ ਨੇ ਇਸ ਸੁਖ ਬਦਲੇ ਰਾਜ ਭਾਗ ਛੱਡਿਆ ਹਿੰਦੁਸਤਾਨ ਦਾ, ਔਰ ਬੇਨਤੀ ਕੀਤੀ ਕਿ ਹੇ ਪ੍ਰਮਾਤਮਾ ਮੈਨੂੰ ਐਸਾ ਸੁਖ ਦੇ ਮਨ ਦੀ ਇਕਾਗਰਤਾ ਦਾ ਵੀ ਮੈਂ ਚੌਂਕੜਾ ਮਾਰ ਕੇ ਪੱਥਰ ਦੀ ਸਿਲ ਤੇ ਬੈਠਾ ਵਾਂ, ਤੇ ਜੇ ਹਿਰਨ ਆਣ ਕੇ ਆਪਣੇ ਸਿੰਗਾਂ ਦੇ ਨਾਲ ਮੇਰੇ ਸਰੀਰ ਉੱਤੇ ਆਪਣੇ ਸਿੰਗ ਵੀ ਆਣ ਕੇ ਘਸਾਉਣ ਨਾ। ਹਿਰਨਾਂ ਦੀ ਆਦਤ ਆ ਪੱਥਰਾਂ ਨਾਲ ਸਿੰਗ ਘਸਾਉਂਦੇ ਰਹਿਣਾ। ਉਹ ਪੱਥਰ ਸਮਝ ਕੇ ਮੇਰੇ ਸਰੀਰ ਨਾਲ ਸਿੰਗ ਘਸਾਉਣ ਤੇ ਮੈਨੂੰ ਪਤਾ ਨਾ ਲੱਗੇ, ਇਹੋ ਜਿਹਾ ਮੈਨੂੰ ਖੁੱਭਣਾ ਸਿਖਾ ਰੱਬ ਦੇ ਨਾਮ ਦੇ ਵਿੱਚ। ਐਸੀ ਕਿਰਪਾ ਕਰਕੇ ਮਨ ਇੰਨਾ ਵਾਹਿਗੁਰੂ ਦੇ ਨਾਮ ਦੇ ਵਿੱਚ ਲੀਨ ਹੋ ਜੇ। ਇਹਨੂੰ ਕਹਿੰਦੇ ਨੇ ਸੁਖ ਭਰ ਸੌਣਾ, ਹੋਰ ਧਰਮ ਦੇ ਵਿੱਚ ਸੌਣਾ ਨਹੀਂ ਹੈ। ਐਸੀ ਨੀਂਦ ਦੇ, ਐਸੀ ਮਨ ਦੀ ਇਕਾਗਰਤਾ ਦੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜੇ ਘਰ ਲਾਲ ਬਸਾਈ, ਜਿਨ੍ਹਾਂ ਦੇ ਘਰ ਹਿਰਦੇ ਵਿੱਚ ਲਾਲ ਪਿਆਰਾ ਵਸਿਆ, ਪ੍ਰਗਟ ਹੋ ਗਿਆ ਪਰਮਾਤਮਾ, ਉਹ ਮੇਰੀਆਂ ਜਿਹੜੀਆਂ ਸਹੇਲੀਆਂ ਨੇ ਨਾ, ਮਹਾਤਮਾ ਰੂਪ ਜਪ ਤਪ ਵਾਲੀਆਂ, ਸ਼ਰਧਾ ਵਾਲੀਆਂ, ਭਗਤੀ ਵਾਲੀਆਂ, ਸੇਵਾ ਵਾਲੀਆਂ, ਉਹ ਸੁਖ ਭਰ ਕੇ ਸੌਂਦੀਆਂ ਹਨ। ਚਿੱਤ ਨੂੰ ਇਕਾਗਰ ਕਰਕੇ ਵਾਹਿਗੁਰੂ ਵਿੱਚ ਲੀਨ ਕਰਦੀਆਂ ਹਨ। ਰਹਾਉ ਤੋਂ ਬਾਅਦ ਸਤਿਗੁਰੂ ਜੀ ਵਿਸਰਾਮ ਤੋਂ ਬਾਅਦ ਫਰਮਾਉਂਦੇ ਨੇ, ਮੋਹਿ ਅਵਗੁਣ ਪ੍ਰਭ ਸਦਾ ਦਇਆਲਾ, ਮੋਹਿ ਨਿਰਗੁਣ ਕਿਆ ਚਤੁਰਾਈ। ਮੇਰੇ ਵਿੱਚ ਬੜੇ ਅਵਗੁਣ ਨੇ, ਬਾਕੀ ਮਹਾਤਮਾ ਰੂਪ ਸਖੀਆਂ ਤੇ ਬੜੀਆਂ ਗੁਣ ਵਾਲੀਆਂ। ਮੇਰੇ ਵਿੱਚ ਬੜੇ ਔਗਣ ਨੇ। ਸਤਿਗੁਰੂ ਦੀ ਬਾਣੀ ਨੇ ਬੇਨਤੀ ਇੱਕ ਸਾਨੂੰ ਸਿਖਾਈ ਆ ਨਾ, ਹਮ ਅਵਗੁਣ ਭਰੇ ਏਕ ਗੁਣ ਨਾ ਹੈ। ਤੇ ਉਹ ਜਿਹੜਾ ਪ੍ਰਭੂ ਪਰਮੇਸ਼ਰ ਜਿਹੜਾ ਉਹ ਸਦਾ ਹੀ ਦਇਆਲੂ ਹੈ, ਕਿਰਪਾਲੂ ਹੈ। ਉਹਦੇ ਵਿੱਚ ਕੋਈ ਗੁੱਸਾ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਈਰਖਾ ਨਹੀਂ, ਕੋਈ ਦਵੈਸ਼ ਨਹੀਂ। ਇਹ ਬੇਨਤੀਆਂ ਕਰਨ ਦਾ ਢੰਗ ਹੈ ਵੀ ਮਾਲਕ ਅੱਗੇ ਬੇਨਤੀਆਂ ਕਿੱਦਾਂ ਕਰਨੀਆਂ। ਮੋਹੇ ਅਵਗੁਣ, ਮੇਰੇ ਵਿੱਚ ਬੜੇ ਔਗਣ ਭਰੇ ਹੋਏ ਨੇ। ਗੁਰਬਾਣੀ ਵਿੱਚ ਨਾ ਬੜੇ ਐਸੇ ਪਵਿੱਤਰ ਸ਼ਬਦ ਆਉਣਗੇ, ਮੁਝ ਅਵਗੁਣ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ।
सवाल किया भी औगण ने गुण है कोई नहीं ते पति किदां मिले, ना मैं रूप ना बंके नैना, ना कुल ढंग ना मीठे बैड़ा, ना मेरा कोई रूप, मैंने हिरदे दी सफाई नहीं, इत्थे बाहरले चेहरे दी गल नहीं, रूप मैंने हिरदे दी सफाई नहीं, ते अखां सोहणियां भी नहीं। ये काम दे ग्रंथां दे विच इहो जिहियां गल्लां आउंदियां ना, काव्य शास्त्रां च फलाने दियां फलानी बीबी दियां औरत दियां अखां बड़ियां सोहणियां, रूप बड़ा सोहना, ते शंगार करे, मिठे बोल बोले, वाकां दी चतराई करे, ते पति नूं वस च कर ले। हुण इत्थे पति कौन आ? परमेश्वर। जे दुनियावी पति हुंदा ते शायद तेरा मूंह वेख के डिग ही पैंदा, डोली पैंदा, पर यह पति बाहरला रूप नहीं देखदा। ना मैं रूप, सतगुरु की कहंदे, रूप मैंने हिरदे दी सफाई नहीं, बंके नैना, सुरती सिमरती शरदा विवेक, मन बुद्धि दे नेत्र नहीं, ना चंगा परिवार शुभ गुण नहीं, ना दया ना धर्म ना सत संतोख, इस खानदान दे विच ओह ते आई भी नहीं, ना मीठे बहना ते ना ही नाम रूपी मिठे बचन, बाणी रूपी मिठे बचन, महावाका रूपी मिठे बचन भी नहीं, धार्मिक ग्रंथां दे क्यों कर कंत मिलावा होई। दुनियावी पति नूं वस विच करना होवे ते शंगार करने पैंदे ने, वाकां दी चतराई करनी पैंदी है, ना कोई जप तप दा शंगार, ना शरदा दा शंगार, ते ना ही कोई इहो जे मिठे बचन। इस करके मेरे विच महाराज कहंदे औगण भरे होए ने, रब मैनू किदां मिले, भावें कि वह दयालु है, कृपालु है, सदा ही मेहर करन वाला, साडे औगण वो चितारदा नहीं है। परमात्मा किड्डा कृपालु है। महापुरख श्रीमान संत अतर सिंह जी मस्तू आने वालियां नूं किसी ने पुछया सी कि महापुरुषो गरीब नवाज साडे वर्गे भी पापी तर सकते ने? उन्होंने किड्डा सोहना जवाब दिता सी, कहंदे समुंदर वड्डा कि जहाज वड्डा? कहंदे जी समुंदर, तां कहंदे समुंदर विच हज़ारां लखां जहाज भरे हुए खप सकते ने। जिवें समुंदर दी एडी वड्डी समर्था है, वाहिगुरू दी किड्डी वड्डी समर्था होगी। तेरे वर्गे पाप दे भरे ਜਿਹੜੇ ਆਪਣੇ ਆਪ ਨੂੰ ਮੰਨਦੇ ਆ ਕਿ ਅਸੀਂ बड़े पापी हाँ, ਇਹੋ ਜਿਹੇ ਲੱਖਾਂ ਹੀ ਵਾਹਿਗੁਰੂ ने ਪਹਿਲਾਂ ਤਾਰੇ ने, ਹੁਣ भी ਤਾਰਿਆ है, ਤੇ ਅਗਾਂਹ ਨੂੰ भी ਉਹ ਵਾਹਿਗੁਰੂ परमेश्वर ਤਾਰ ਦੇਵੇਗਾ। भाई साहब भाई गुरदास साहब कहते ने भी तेरे वर्गा दाता कोई नहीं, मेरे वर्गा भखारी कोई नहीं, तेरे वर्गा दानी कोई नहीं, ते मेरे वर्गा मंगता कोई नहीं, ते अखीर की कहते ने तेरे वर्गा पापियां नूं उतारन वाला कोई नहीं, ते मेरे वर्गा दुनिया च पापी कोई नहीं। वो परमात्मा किड्डा दयालु कृपालु है कि औगणा नूं देखदा होया भी तार दिंदा है। जदों निमरता सहित हथ जोड़ के ओदी शरण प्राप्त कर लईए कि सच्चे पातशाह माड़े आ चंगे आ तेरे आ, तू साडे ते कृपा कर, मेहर कर, वो ऐसा दयालु है। तां सतगुरु जी कहंदे मोहे निर्गुण क्या चतुराई, कोई गुण भी नहीं है, कोई चतुराई वाकां दी चंचलता भी नहीं। कई जबान नाल बड़ियां मिठियां गल्लां कर लैंदे ने, बड़ियां सियाणप वालियां गल्लां करके अगले नूं वस विच कर लैंदे ने, पर यह भी नहीं आउंदियां भी परमात्मा नूं धार्मिक ग्रंथां दीयां गल्लां कर करके वस च करना। लोकां नूं एक भुलेखा है, धार्मिक विद्वानां नूं ना एक भुलेखा पै गया, शायद ज्ञान दीयां गल्लां कीतियां ही रब वस च हो जाता है। महाराज कहंदे इन्हां चतुराइयां नाल भी वो परमात्मा नहीं मिलता है। करो बराबर जो प्रेर संग राती,
ਇਹ ਹਉਮੈ ਕੀ ਢੀਠਾਈ। ਤੇ ਜਿਹੜੇ ਮਹਾਤਮਾ ਪਰਮਾਤਮਾ ਦੇ ਨਾਲ ਇੱਕ ਰੂਪ ਹੋ ਚੁੱਕੇ ਨੇ, ਵਾਹਿਗੁਰੂ ਦੇ ਵਿੱਚ ਤੇ ਜਿਨ੍ਹਾਂ ਵਿੱਚ ਫਰਕ ਨਹੀਂ ਰਹਿ ਗਿਆ, ਸਗੋਂ ਉਹਨਾਂ ਦੀ ਮੈਂ ਬਰਾਬਰਤਾ ਕਰਦੀ ਹਾਂ। ਇੱਥੇ ਜੀਵ ਰੂਪ ਇਸਤਰੀ ਵਿੱਚ ਮਹਾਰਾਜ ਬੇਨਤੀਆਂ ਕਰ ਰਹੇ, ਅਰਦਾਸਾਂ ਦੱਸਦੇ ਨੇ, ਉਹਨਾਂ ਦੀ ਮੈਂ ਬਰਾਬਰਤਾ ਕਰਦੀ ਹਾਂ। ਤੇ ਜਿਵੇਂ ਆਪਾਂ ਕਹਿ ਹੀ ਦਿੰਦੇ ਆ ਵੀ ਇਹ ਸੰਤ ਬਣਿਆ ਫਿਰਦਾ ਹੈ, ਅਸੀਂ ਕਿਤੇ ਇਹਦੇ ਤੋਂ ਘੱਟ ਆ। ਕਰੋ ਬਰਾਬਰ ਜੋ ਪ੍ਰੇ ਸੰਗ ਰਾਤੀ। ਜਿਹੜੇ ਪਿਆਰੇ ਵਾਹਿਗੁਰੂ ਦੇ ਨਾਲ ਇੱਕ ਰੂਪ ਹੋ ਚੁੱਕੇ ਮਹਾਤਮਾ ਰੂਪ ਮੇਰੀਆਂ ਸਹੇਲੀਆਂ ਨੇ, ਉਹਨਾਂ ਦੀ ਮੈਂ ਬਰਾਬਰਤਾ ਕਰਦੀ ਵੀ ਇਹਨਾਂ ਵਿੱਚ ਤੇ ਮੇਰੇ ਵਿੱਚ ਕੀ ਫਰਕ ਹੈ। ਇਹ ਆਪਣੇ ਆਪ 'ਚ ਬੜੇ ਮਹਾਤਮਾ ਨੇ, ਇਹ ਆਪਣੇ ਆਪ 'ਚ ਬੜੇ ਸੰਤ ਨੇ, ਫਰਕ ਤੇ ਰਹਿੰਦਾ ਹੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਤ੍ਰਿਕੋਣੂਆਂ ਦਾ ਗੁੱਛਾ ਤੇ ਅੰਗੂਰ ਦਾਖਾਂ, ਦੇਖਣ ਨੂੰ ਦੋਵਾਂ ਦਾ ਰੰਗ ਰੂਪ ਇੱਕੋ ਜਿਹਾ, ਪਰ ਇੱਕ ਨਿਰਾ ਹੀ ਜ਼ਹਿਰ ਤੇ ਇੱਕ ਨਿਰਾ ਹੀ ਅੰਮ੍ਰਿਤ। ਮਲੰਮੇ ਦਾ ਗਹਿਣਾ ਤੇ ਸੋਨਾ, ਦੇਖਣ ਨੂੰ ਰੰਗ ਰੂਪ ਇੱਕੋ ਜਿਹਾ, ਪਰ ਦੋਵਾਂ ਦਾ ਮੁੱਲ, ਉਮਰ, ਅਹਿਮੀਅਤ ਤੇ ਦੁਨੀਆ 'ਚ ਸਤਿਕਾਰ, ਜਿਮੀ ਅਸਮਾਨ ਦਾ ਫਰਕ। ਭਾਈ ਗੁਰਦਾਸ ਸਾਹਿਬ ਕਹਿੰਦੇ ਵੇਖਣ ਨੂੰ ਲੱਸੀ, ਛਾਛ ਤੇ ਦੁੱਧ ਬਿਲਕੁਲ ਇੱਕੋ ਜਿਹਾ, ਦੋਵੇਂ ਚਿੱਟੇ, ਪਰ ਦੋਵਾਂ ਦਾ ਜਿਮੀ ਅਸਮਾਨ ਦਾ ਫਰਕ। ਭਾਈ ਗੁਰਦਾਸ ਸਾਹਿਬ ਚੌਥਾ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਵੇਖਣ ਨੂੰ ਹੀਰਾ ਤੇ ਕੱਚ, ਸਫਟਕ ਮਣੀ ਇੱਕੋ ਜੀ, ਪਰ ਦੋਵਾਂ ਦਾ ਜਿਮੀ ਅਸਮਾਨ ਦਾ ਫਰਕ। ਇਸੇ ਤਰ੍ਹਾਂ ਵੇਖਣ ਨੂੰ ਆਮ ਬੰਦਾ ਤੇ ਰੱਬ ਦਾ ਪਿਆਰਾ ਇੱਕੋ ਹੀ ਜਿਹਾ, ਪਰ ਦੋਵਾਂ ਦਾ ਜਿਮੀ ਅਸਮਾਨ ਦਾ ਫਰਕ। ਇੱਕ ਔਗਣ ਸਾਡੇ 'ਚ ਇਹ ਵੀ ਹੈ ਕਿ ਅਸੀਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨਾਲ ਬਰਾਬਰਤਾ ਕਰ ਲੈਂਦੇ ਹਾਂ। ਪ੍ਰੇ ਸੰਗਰਾਤੀ, ਇਹ ਕੀ ਹੈ? ਮਹਾਰਾਜ ਕਹਿੰਦੇ ਇਹ ਹਉਮੈ ਕੀ ਢੀਠਾਈ। ਇਹ ਹਉਮੈ ਆ ਸਾਡੀ ਵੀ ਅਸੀਂ ਕਿਸੇ ਤੋਂ ਘੱਟ, ਤੇ ਇਹ ਢੀਠਾਈ ਕਠੋਰਤਾ ਵਾ, ਢੀਠਪੁਣਾ ਵਾ। ਇਹ ਸਾਡੇ ਹਿਰਦੇ ਦੀ ਨਾ ਕਠੋਰਤਾ ਹੈ, ਜਿਹੜੀ ਸਾਨੂੰ ਝੁਕਣ ਨਹੀਂ ਦਿੰਦੀ, ਨਿਮਰਤਾ 'ਚ ਨਹੀਂ ਆਉਣ ਦਿੰਦੀ ਹੈ। ਭਈ ਨਿਮਾਣੀ ਸਰਨਿਕ ਤਾਕੀ, ਗੁਰ ਸਤਿਗੁਰ ਪੁਰਖ ਸੁਖਦਾਈ। ਪਰ ਜਦੋਂ ਨਿਮਰਤਾ ਵਿੱਚ ਭਈ ਨਿਮਾਣੀ, ਮਾਣ ਛੱਡਿਆ ਗੁਣਾਂ ਦਾ, ਵਿਦਿਆ ਦਾ, ਪਦਵੀ ਦਾ, ਜਾਤ ਪਾਤ ਦਾ, ਚਤੁਰਾਈ ਦਾ, ਜਿੰਨਾ ਵੀ ਮਾਣ ਹੈ, ਜਦੋਂ ਛੱਡ ਦਿੱਤਾ, ਇੱਕ ਸਤਿਗੁਰੂ ਦੀ ਸ਼ਰਨ ਤੱਕੀ, ਸਤਿਗੁਰੂ ਦੀ ਸ਼ਰਨ ਲੈ ਲਈ, ਹਉਮੈ ਛੱਡਤੀ, ਅਭਿਮਾਨ ਛੱਡਤਾ। ਗੁਰ ਸਤਿਗੁਰ ਪੁਰਖ ਸੁਖਦਾਈ। ਗੁਰ ਜਿਹੜੇ ਪੂਜਨੀਕ ਨੇ, ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜਿਹੜੇ ਮੇਰੇ ਗੁਰੂ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਹੜੇ ਪੁਰਖ ਪੂਰੇ ਨੇ, ਸੁੱਖਾਂ ਦੇ ਦਾਤੇ ਨੇ, ਜਿੰਨੇ ਸੁੱਖ ਲੈਣੇ ਚਾਹੁੰਦੇ ਹੋ ਗੁਰੂ ਰਾਮਦਾਸ ਸਾਹਿਬ ਤੋਂ ਲੈ ਲਓ। ਸੁੱਖਾਂ ਨੂੰ ਦੇਣ ਵਾਲੇ ਨੇ। ਜਦੋਂ ਉਹਨਾਂ ਦੀ ਸ਼ਰਨ ਲੈ ਲਈ, ਉਹਨਾਂ ਦੀ ਸ਼ਰਨ ਗ੍ਰਹਿਣ ਕੀਤੀ। ਸਤਿਗੁਰੂ ਜੀ ਦਾ ਨਾ ਇੱਕ ਬੜਾ ਪਵਿੱਤਰ ਸ਼ਬਦ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਦਾ, ਕਿ ਆਪਣਾ ਆਪ ਛੱਡ ਕੇ, ਹਉਮੈ ਛੱਡ ਕੇ ਨਾ, ਜਿਵੇਂ ਇੱਕ ਛੋਟਾ ਬੱਚਾ, ਗੋਦ ਵਾਲਾ ਬੱਚਾ ਸਭ ਕੁਝ ਮਾਂ ਨੂੰ ਸਮਰਪਣ ਕਰ ਦਿੰਦਾ ਹੈ। ਆਪਣੀ ਕੋਈ ਉਹਦੀ ਚਤੁਰਾਈ ਨਹੀਂ, ਨਾ ਕੁਝ ਖਾ ਸਕਦਾ, ਨਾ ਪੀ ਸਕਦਾ, ਨਾ ਪਾ ਸਕਦਾ, ਨਾ ਚੱਲ ਸਕਦਾ। ਜਦੋਂ ਸਭ ਕੁਝ ਤਿਆਗ ਕੇ ਮਾਤਾ ਦੀ ਸ਼ਰਨ ਹੋ ਜਾਂਦਾ ਤੇ ਫਿਰ ਸਭ ਕੁਝ ਉਹਦਾ ਮਾਂ ਹੀ ਕਰਦੀ ਹੈ। ਇਸੇ ਤਰ੍ਹਾਂ ਸਿੱਖ ਜਦੋਂ ਗੁਰੂ ਦੇ ਅੱਗੇ ਆਪਣੀ ਸਾਰੀ ਚਤੁਰਾਈ ਛੱਡ ਦਿੰਦਾ ਹੈ ਨਾ, ਤੇ ਫਿਰ ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸਿੱਖਾ ਤੇਰਾ ਵੀ ਹਰ ਕੰਮ ਗੁਰੂ ਕਰਨ ਲੱਗ ਪਵੇਗਾ, ਪਰਮਾਤਮਾ ਕਰਨ ਲੱਗ ਪਵੇਗਾ।
सतगुरु जी का बड़ा प्यारा शब्द है, हम बारक तो सरणाए। असी बच्चे हाँ ते तेरी शरण दे विच आए। सतगुरु ने बड़े भावपूर्त बचन गुरबाणी विच पेश कीते ने, उदाहरणां दित्तियां ने जिहड़ियां ना मन नूं नैगेटिव तो पॉजिटिव करन च बड़ियां सहायता करदियां। युक्तियां दसियां ने भी इस तरह एक बच्चे वांग हो जा, ते जे बच्चे वांग हो जाएगा तो मां सब कुछ करूगी, ते जे इसे तरह का सुभाव बना लेगा तो गुरु सब कुछ तेरा करन लग पवेगा। तो महाराज कहते भई निमाणी सरन एक ताकी। निमरता दे घर विच आके जदों एक पूजनीक सुखदाई सतगुरु जी की शरण लई तां उन्हां ने किड्डी वड्डी कृपा कीती। एक निमख मह मेरा सब दुख काटिया, नानक सुख रैन बिहाई। निमख कहंदे अख झमकड़ च। निमख दा अर्थ की हुंदा? अख झमकना। जदों गुणा दा हंकार छड़ता, हौमै छड़ दित्ती, अभिमान छड़ता, तां धन गुरु अर्जन देव साहब कहंदे सिक्खा अख झमकण जिन्ना टाइम लगेगा वाहिगुरु दे मलाप दे विच, अख झमकण जिन्ने समय दे विच ही मेरा सारा दुख जम्मण मरण दा, विछोड़े दा ते जेड़ा विच हौमे दा पड़दा पिया सी ये कट दिता। हुण नानक सुख रैन विहाई। जेड़ी अज्ञानता रूपी रात सी ना काली, मन मुखता पुणे वाली, अज्ञानता वाली बेसमझी, हनेरे च की आ ठोकरां। हनेरे च सब कुछ बराबर जिहा ही हो जाता, ना चंगा ना माड़ा, ना अपना ना पराया। तां ये जिहड़ी बेसमझता वाली रात सी अज्ञानता दी, वो बिहाई बतीत हो गई। नानक सुख दिन चढ़िया, सुख रूप चिट्टा चानण ज्ञान दा प्रकाश हो गया, ते रात जिहड़ी मेरी अवस्था सी दुखां वाली ये बतीत हो गई। जदों मैं सारा अभिमान छड्डिया, आपदी हौमै छड्डी, सियाणप छड्डी ते अपना आप गुरु अगे समर्पण कर दिता। किड्डे वड्डे पैगंबर होए ने हजरत साहब, उन्हां दी बड़ी सुंदर गाथा आउंदी है। एक गुलाम खरीदिया ते उन्होंने पुछदे आ की खावेगा। उन्हें पहला ध्यान नाल वेख्या भी ये किदां दा मालिक है, क्यों तुहानूं पता काबल, कंधार, अफगानिस्तान, आस्ट्रेलिया तक ये माड़ी जिहड़ी बीमारी सी बंदे खरीदण वाली ते वेचण वाली ये पई रही है। इथों तक ईसाइयां दे पौप नूं भी धन गुरु नानक देव साहब ने जाके आख्या सी कि बंदे वेचना, बंदे गुलाम बनाउणा ये पाप है। अज भी उन्हां दे अपने रजिस्टरां दे विच ये गल लिखी पई है। ये धन गुरु नानक देव साहब ने ये प्रथा दे खिलाफ आवाज उठाई सी। वो कहंदा जी जो दोगे खा लूंगा, जो दोगे पा लूंगा, जिथे रखोगे रह लूंगा। हजरत रोन लग पिया, कहंदा सारी उम्र बंदगी करदियां हो गया, बंदगी दा मायना ही अज समझ आया है भी मालिक दी रजा विच रह, मालिक दे हुक्म च रह। 10वें पातशाह सिखा जो कहंदे आ वो खाया कर, जो कहंदे आ वो पिया कर, जो रहत कहंदे रख ला। धन गुरु अर्जन देव साहब कहंदे एक वारी अपना आप गुरु दे समर्पण कर दे, सारा एक निमख लगूगा अख झमकण जोगा, तेनू रब मिल जूगा। होइयां भुलां चुकां दी खिमा। आप सारियां संगतां दा बहुत बहुत धन्नवाद। भई निमाणी सरन एक ताकी, गुर सतगुर पुरख सुखदाई। एक निमख मह मेरा सब दुख काटिया,
ਨਾਨਕ ਸੁਖ ਰਹਿਣ ਬਿਹਾਈ। ਵਾਹਿਗੁਰੂ ਜੀ ਕਾ ਖਾਲਸਾ